ਪਿਆਰੇ ਵਿਦਿਆਰਥੀਓ, ਅੱਜ ਅਸੀਂ ਆਪਣੀ 10ਵੀਂ ਜਮਾਤ ਦੇ ਪਾਠ ਤੀਸਰਾ ਭਾਰਤ ਦੀ ਜਲਵਾਯੂ ਦਾ ਦੂਸਰਾ ਭਾਗ ਪੜ੍ਹਾਂਗੇ। ਬੱਚੋ, ਇਸ ਵਿੱਚ ਅਸੀਂ ਆਪਣੇ ਭਾਰਤ ਦੀ ਜਲਵਾਯੂ ਵਿੱਚ ਰੁੱਤ ਚੱਕਰ ਬਾਰੇ ਜਾਣਕਾਰੀ ਹਾਸਲ ਕਰਾਂਗੇ। ਬੱਚੋ, ਮਾਨਸੂਨ ਪੌਣਾ ਦੇਸ਼ ਵਿੱਚ ਸਮੇਂ-ਸਮੇਂ ਤੇ ਆਪਣੀ ਦਿਸ਼ਾ ਬਦਲਣ ਕਰਕੇ ਇੱਕ ਰੁੱਤ ਚੱਕਰ ਨੂੰ ਜਨਮ ਦਿੰਦੀਆਂ ਹਨ। ਇਸ ਕਰਕੇ ਭਾਰਤੀ ਮੌਸਮ ਵਿਭਾਗ ਨੇ ਦੇਸ਼ ਅੰਦਰ ਮਿਲਣ ਵਾਲੇ ਸਾਰਾ ਸਾਲ ਦੇ ਜਲਵਾਯੂ ਨੂੰ ਇਹਨਾਂ ਪੌਣਾਂ ਦੇ ਬਦਲਣ ਦੇ ਆਧਾਰ ਤੇ 4 ਕਿਸਮਾਂ ਦੇ ਮੌਸਮ ਵਿੱਚ ਵੰਡਿਆ ਹੈ। ਬੱਚੋ, ਇਸ ਰੁੱਤ ਚੱਕਰ ਵਿੱਚ ਸਭ ਤੋਂ ਪਹਿਲਾਂ ਸਰਦ ਮੌਸਮ ਦੀ ਰੁੱਤ, ਇਸ ਤੋਂ ਬਾਅਦ ਗਰਮ ਮੌਸਮ ਦੀ ਰੁੱਤ, ਬਰਸਾਤ ਦੇ ਮੌਸਮ ਦੀ ਰੁੱਤ, ਵਾਪਸ ਮੁੜਦੀਆਂ ਮਾਨਸੂਨ ਪੌਣਾਂ ਦੀ ਰੁੱਤ। ਬੱਚੋ, ਤੁਸੀਂ ਭਾਰਤ ਦੇ ਜਲਵਾਯੂ ਵਿੱਚ ਰੁੱਤ ਚੱਕਰ ਵਿੱਚ ਇਹ 4 ਮੌਸਮ ਯਾਦ ਰੱਖਣੇ ਹਨ। ਪਹਿਲਾ ਸਰਦ ਮੌਸਮ ਦੀ ਰੁੱਤ, ਦੂਸਰਾ ਗਰਮ ਮੌਸਮ ਦੀ ਰੁੱਤ, ਤੀਸਰਾ ਬਰਸਾਤ ਦੇ ਮੌਸਮ ਦੀ ਰੁੱਤ ਅਤੇ ਚੌਥਾ ਵਾਪਸ ਮੁੜਦੀਆਂ ਮਾਨਸੂਨ ਪੌਣਾਂ ਦੀ ਰੁੱਤ। ਬੱਚੋ, ਸਰਦ ਮੌਸਮ ਦੇ ਰੁੱਤ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਮੌਸਮ ਮੱਧ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਭਾਰਤ ਵਿੱਚ ਹੁੰਦਾ ਹੈ। ਇਸ ਸਮੇਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਦੱਖਣੀ ਅਰਧ ਗੋਲੇ ਵਿੱਚ ਮਕਰ ਰੇਖਾ ਤੇ ਪੈਂਦੀਆਂ ਹਨ। ਉੱਤਰੀ ਭਾਰਤ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਸਰਦੀ ਪੈ ਰਹੀ ਹੁੰਦੀ ਹੈ, ਜਿਸ ਦਾ ਤਜਰਬਾ ਦੱਖਣੀ ਭਾਰਤ ਦੇ ਲੋਕਾਂ ਨੂੰ ਨਹੀਂ ਹੁੰਦਾ। ਦੱਖਣੀ ਭਾਰਤ ਵਿੱਚ ਇਸ ਸਮੇਂ ਹਲਕੀ ਹਵਾ ਦੇ ਨਾਲ ਮੌਸਮ ਵਧੀਆ ਹੁੰਦਾ ਹੈ, ਭਾਵ ਸਮੁੰਦਰ ਦੇ ਪ੍ਰਭਾਵ ਦੇ ਕਾਰਨ ਨਾ ਤਾਂ ਤਾਪਮਾਨ ਬਹੁਤ ਘੱਟ ਹੁੰਦਾ ਹੈ ਅਤੇ ਨਾ ਹੀ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ। ਇਸੇ ਸਮੇਂ ਦੌਰਾਨ ਊਸ਼ਨ ਚੱਕਰਵਾਤ ਬੰਗਾਲ ਦੀ ਖਾੜੀ ਵਿੱਚ ਪੈਦਾ ਹੁੰਦੇ ਹਨ ਅਤੇ ਕਈ ਵਾਰ ਤੱਟ ਦੇ ਖੇਤਰਾਂ ਵਿੱਚ ਤਬਾਹੀ ਮਚਾਉਂਦੇ ਹਨ। ਬੱਚੋ, ਜੇਕਰ ਅਸੀਂ ਸਰਦ ਰੁੱਤ ਵਿੱਚ ਭਾਵ ਜਨਵਰੀ ਦੇ ਵਿੱਚ ਤਾਪਮਾਨ ਦੀ ਸਥਿਤੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹਨਾਂ ਸਮਤਾਪ ਰੇਖਾਵਾਂ ਦੁਆਰਾ ਭਾਰਤ ਦੇ ਤਾਪਮਾਨ ਦਾ ਅੰਤਰ ਦੇਖ ਸਕਦੇ ਹਾਂ। ਬੱਚੋ, ਇਸ ਸਮੇਂ ਸੂਰਜ ਦੱਖਣੀ ਗੋਲਾਰਧ ਵਿੱਚ ਮਕਰ ਰੇਖਾ ਤੇ ਸਿੱਧਾ ਚਮਕ ਰਿਹਾ ਹੁੰਦਾ ਹੈ। ਇਸ ਕਰਕੇ ਭਾਰਤ ਦੇ ਦੱਖਣੀ ਭਾਗਾਂ ਤੋਂ ਉੱਤਰ ਵੱਲ ਨੂੰ ਜਾਂਦਿਆਂ ਤਾਪਮਾਨ ਲਗਾਤਾਰ ਘਟਦਾ ਜਾਂਦਾ ਹੈ। ਜਿਵੇਂ ਤੁਸੀਂ ਇਹਨਾਂ ਸਮਤਾਪ ਰੇਖਾਵਾਂ ਰਾਹੀਂ ਦੇਖ ਰਹੇ ਹੋ, ਦੱਖਣੀ ਭਾਰਤ ਵਿੱਚ 25 ਡਿਗਰੀ ਸੈਲਸੀਅਸ ਤੇ ਉੱਤਰ ਭਾਰਤ ਵਿੱਚ ਪਹੁੰਚਦੇ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਘੱਟ ਤਾਪਮਾਨ ਦੇਖਣ ਵਿੱਚ ਮਿਲਦਾ ਹੈ। ਬੱਚੋ, ਇਸ ਸਮੇਂ ਉੱਤਰੀ ਭਾਰਤ ਵਿੱਚ ਬਹੁਤ ਕੜਾਕੇ ਦੀ ਠੰਡ ਪੈਂਦੀ ਹੈ। ਪਹਾੜੀ ਇਲਾਕਿਆਂ ਵਿੱਚ ਇਸ ਸਮੇਂ ਬਰਫ਼ਬਾਰੀ ਵੀ ਹੁੰਦੀ ਹੈ। ਤੁਸੀਂ ਜੇਕਰ ਤਾਪਮਾਨ ਦਾ ਅੰਤਰ ਦੇਖੋ, ਉੱਤਰੀ ਭਾਰਤ ਵਿੱਚ 10 ਡਿਗਰੀ ਸੈਂਟੀਗ੍ਰੇਡ ਦੀ ਸਮਤਾਪ ਰੇਖਾ ਲੱਗੀ ਹੋਈ ਹੈ ਅਤੇ ਤਾਪਮਾਨ ਇਸ ਤੋਂ ਵੀ ਘਟ ਜਾਂਦਾ ਹੈ। ਤੇ ਇਸ ਦੇ ਉਲਟ
ਦੱਖਣੀ ਭਾਰਤ ਜੋ 3 ਪਾਸਿਆਂ ਤੋਂ ਸਮੁੰਦਰ ਨੇ ਘੇਰਿਆ ਹੋਇਆ ਹੈ, ਉੱਥੇ ਦਾ ਤਾਪਮਾਨ 25 ਡਿਗਰੀ ਸੈਲਸੀਅਸ ਤੱਕ ਮਿਲਦਾ ਹੈ। ਸਮ ਜਲਵਾਯੂ ਅਤੇ ਕਠੋਰ ਜਲਵਾਯੂ ਦਾ ਇਹ ਸਾਨੂੰ ਅੰਤਰ ਦੇਖਣ ਵਿੱਚ ਆਉਂਦਾ ਹੈ। ਬੱਚੋ, ਇਸੇ ਤਰੀਕੇ ਨਾਲ ਜੇਕਰ ਅਸੀਂ ਜਨਵਰੀ ਵਿੱਚ ਹਵਾ ਦੇ ਦਬਾਅ ਦੀ ਸਥਿਤੀ ਦੀ ਗੱਲ ਕਰਦੇ ਹਾਂ ਤਾਂ ਉੱਤਰੀ ਭਾਰਤ ਵਿੱਚ ਤਾਪਮਾਨ ਦੇ ਘਟਣ ਦੇ ਨਾਲ ਹੀ ਹਵਾ ਦੇ ਵੱਧ ਦਬਾਅ ਦਾ ਖੇਤਰ ਹੋਂਦ ਵਿੱਚ ਆ ਜਾਂਦਾ ਹੈ। ਸੂਰਜ ਦੇ ਦੱਖਣ ਵੱਲ ਸਰਕਦੇ ਸਾਰ ਹੀ ਇਹ ਖੇਤਰ ਉਪ ਊਸ਼ਨ ਵੱਧ ਦਬਾਅ ਦੀ ਪੱਟੀ ਦੇ ਖੇਤਰ ਅਧੀਨ ਆ ਜਾਂਦਾ ਹੈ ਅਤੇ ਰੂਮ ਸਾਗਰ ਤੋਂ ਲੈ ਕੇ ਪੱਛਮੀ ਏਸ਼ੀਆ, ਫਾਰਸ ਦੀ ਖਾੜੀ, ਈਰਾਨ ਅਤੇ ਪਾਕਿਸਤਾਨ ਤੋਂ ਹੁੰਦੇ ਹੋਏ ਭਾਰਤ ਦੇ ਵਿਸ਼ਾਲ ਮੈਦਾਨਾਂ ਤੱਕ ਇਹ ਖੇਤਰ ਵੱਧ ਦਾਬ ਦਾ ਬਣ ਜਾਂਦਾ ਹੈ। ਬੱਚੋ, ਤੁਸੀਂ ਇਸ ਨਕਸ਼ੇ ਉੱਪਰ ਦੇਖ ਸਕਦੇ ਹੋ, ਉੱਤਰੀ ਭਾਰਤ ਵਿੱਚ 1018 ਮਿਲੀਬਾਰ ਦੀ ਸਮਦਾਬ ਰੇਖਾ ਲੱਗੀ ਹੋਈ ਹੈ। ਹਵਾ ਦੇ ਦਾਬ ਨੂੰ ਦਿਖਾਉਣ ਵਾਲੀਆਂ ਰੇਖਾਵਾਂ ਨੂੰ ਸਮਦਾਬ ਰੇਖਾਵਾਂ ਕਹਿੰਦੇ ਹਾਂ ਬੇਟਾ। ਉੱਤਰੀ ਭਾਰਤ ਵਿੱਚ 1019, 1018 ਅਤੇ ਜਿਵੇਂ ਜਿਵੇਂ ਅਸੀਂ ਦੱਖਣੀ ਭਾਰਤ ਵੱਲ ਜਾਂਦੇ ਹਾਂ 1014 ਸਮਦਾਬ 1014 ਮੁੱਲ ਦੀ ਸਮਦਾਬ ਰੇਖਾ ਸਾਨੂੰ ਦਿਖਾਈ ਦਿੰਦੀ ਹੈ। ਭਾਵ ਉੱਤਰੀ ਭਾਰਤ ਵਿੱਚ ਇਸ ਸਮੇਂ ਹਵਾ ਦਾ ਵੱਧ ਦਾਬ ਹੁੰਦਾ ਹੈ ਕਿਉਂਕਿ ਇਸ ਜਗ੍ਹਾ ਤੇ ਤਾਪਮਾਨ ਘੱਟ ਹੁੰਦਾ ਹੈ। ਸਰਦੀਆਂ ਵਿੱਚ ਸੂਰਜ ਮਕਰ ਰੇਖਾ ਦੇ ਉੱਪਰ ਚਮਕ ਰਿਹਾ ਹੁੰਦਾ ਹੈ ਜੋ ਦੱਖਣੀ ਅਰਧ ਗੋਲੇ ਵਿੱਚ ਸਥਿਤ ਹੈ। ਸੂਰਜ ਦੀ ਰੋਸ਼ਨੀ ਨਾ ਮਿਲਣ ਕਾਰਨ ਤਾਪਮਾਨ ਇਹਨਾਂ ਖੇਤਰਾਂ ਵਿੱਚ ਘਟ ਜਾਂਦਾ ਹੈ ਅਤੇ ਕਠੋਰ ਜਲਵਾਯੂ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਕਾਫੀ ਜ਼ਿਆਦਾ ਹੋ ਜਾਂਦੀ ਹੈ, ਜਿਸ ਨਾਲ ਇੱਥੇ ਹਵਾ ਦਾ ਵੱਧ ਦਾਬ ਦਾ ਖੇਤਰ ਦੇਖਣ ਵਿੱਚ ਆਉਂਦਾ ਹੈ। ਇਸ ਦੇ ਉਲਟ ਸਮੁੰਦਰ ਦੇ ਇਲਾਕੇ ਜੋ ਉਸ ਦੇ ਨਾਲ ਲੱਗਦੇ ਤੱਟ ਖੇਤਰ ਹਨ ਅਤੇ ਪ੍ਰਾਇਦੀਪੀय ਭਾਰਤ ਦਾ ਹਿੱਸਾ ਹੈ, ਉੱਥੇ ਸਮੁੰਦਰ ਤੋਂ ਚੱਲਣ ਵਾਲੀ ਹਵਾ ਨਾ ਤਾਪਮਾਨ ਨੂੰ ਬਹੁਤ ਜ਼ਿਆਦਾ ਵਧਣ ਦਿੰਦੀ ਹੈ ਅਤੇ ਨਾ ਬਹੁਤ ਜ਼ਿਆਦਾ ਘਟਣ ਦਿੰਦੀ ਹੈ, ਜਿਸ ਨਾਲ ਉਸ ਖੇਤਰ ਦੇ ਵਿੱਚ ਹਵਾ ਦੇ ਦਬਾਅ ਵਿੱਚ ਬਹੁਤ ਜ਼ਿਆਦਾ ਅੰਤਰ ਨਹੀਂ ਆਉਂਦਾ ਹੈ। ਬੱਚੋ, ਕਈ ਵਾਰੀ ਦੇਸ਼ ਦੇ ਉੱਤਰੀ ਭਾਗਾਂ ਵਿੱਚ ਵੱਧ ਦਾਬ ਦੀ ਸਥਿਤੀ ਵਿੱਚ ਤਬਦੀਲੀ ਆ ਜਾਂਦੀਆਂ ਹਨ ਅਤੇ ਪੱਛਮੀ ਅਤੇ ਉੱਤਰ ਪੱਛਮੀ ਭਾਗਾਂ ਤੋਂ ਬਹੁਤ ਸਾਰੇ ਘੱਟ ਦਬਾਅ ਦੇ ਕੇਂਦਰਾਂ ਦਾ ਦਾਖਲਾ ਦੇਸ਼ ਦੇ ਅੰਦਰੂਨੀ ਭਾਗਾਂ ਵਿੱਚ ਹੋ ਜਾਂਦਾ ਹੈ। ਇਹਨਾਂ ਨੂੰ ਅਸੀਂ ਪੱਛਮੀ ਚੱਕਰਵਾਤ ਦੇ ਨਾਮ ਨਾਲ ਵੀ ਜਾਣਦੇ ਹਾਂ, ਜੋ ਰੂਮ ਦੇ ਸਾਗਰ ਤੋਂ ਪੈਦਾ ਹੋ ਕੇ ਭਾਰਤ ਤੱਕ ਪਹੁੰਚਦੇ ਹਨ। ਬੱਚਿਓ, ਜੇਕਰ ਅਸੀਂ ਸਰਦੀਆਂ ਵਿੱਚ ਪੌਣਾ ਦੀ ਦਿਸ਼ਾ ਦੀ ਗੱਲ ਕਰਦੇ ਹਾਂ ਤੇ ਉੱਤਰੀ ਭਾਰਤ ਸਾਰਾ ਦਾ ਸਾਰਾ ਖੇਤਰ ਵੱਧ ਦਾਬ ਦਾ ਹੋਣ ਕਾਰਨ ਪੌਣਾ ਇਸ ਵੱਧ ਦਾਬ ਤੋਂ ਦੱਖਣੀ ਗੋਲਾਰਧ ਵਿੱਚ ਬਣੇ ਘੱਟ ਦਬਾਅ ਦੇ ਖੇਤਰ ਵੱਲ ਚੱਲਣਾ ਸ਼ੁਰੂ ਕਰਦੀਆਂ ਹਨ। ਪੌਣਾ ਉੱਤਰ ਦੇ ਮੈਦਾਨਾਂ ਵਿੱਚੋਂ ਗੰਗਾ ਦੀ ਘਾਟੀ ਵਿੱਚ ਵਗਦੀਆਂ ਹੋਈਆਂ ਅੱਗੇ ਆ ਕੇ ਬੰਗਾਲ ਦੀ ਖਾੜੀ ਤੋਂ ਰੁਖ ਬਦਲਦੀਆਂ ਹੋਈਆਂ ਦੱਖਣੀ ਗੋਲਾਰਧ ਵਿੱਚ ਘੱਟ ਦਾਬ ਦੇ ਖੇਤਰਾਂ ਵੱਲ ਚੱਲਦੀਆਂ ਹਨ। ਖੁਸ਼ਕ ਅਤੇ ਠੰਡੀਆਂ ਮਹਾਦੀਪੀ ਪੌਣਾ ਉੱਤਰ ਪੱਛਮੀ ਭਾਗਾਂ ਰਾਹੀਂ ਦੇਸ਼ ਦੇ ਅੰਦਰ ਦਾਖਲ ਹੋ ਕੇ ਪੂਰੇ ਵਿਸ਼ਾਲ ਮੈਦਾਨ ਦਾ ਤਾਪਮਾਨ ਕਈ ਦਰਜੇ ਹੇਠਾਂ ਸਿੱਟ ਦਿੰਦੀਆਂ ਹਨ। 3 ਤੋਂ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗਣ ਵਾਲੀਆਂ ਇਹਨਾਂ ਉੱਤਰ ਪੱਛਮੀ ਠੰਡੀ ਪੌਣਾਂ ਨੂੰ ਸ਼ੀਤ ਲਹਿਰ ਕਿਹਾ ਜਾਂਦਾ ਹੈ। ਬੱਚੋ, ਇਸੇ ਸਮੇਂ ਦੌਰਾਨ
ਧਰਾਤਲ ਤੋਂ 3 ਕਿਲੋਮੀਟਰ ਦੀ ਉਚਾਈ ਤੇ ਉੱਪਰਲੇ ਵਾਯੂਮੰਡਲ ਵਿੱਚ ਇੱਕ ਬਹੁਤ ਤੇਜ਼ ਗਤੀ ਨਾਲ ਚੱਲਣ ਵਾਲੀ ਹਵਾਵਾਂ ਨੂੰ ਜੈਟ ਸਟ੍ਰੀਮ ਕਿਹਾ ਜਾਂਦਾ ਹੈ। ਇਹ ਬਹੁਤ ਤੇਜ਼ ਗਤੀ ਨਾਲ ਹਵਾਵਾਂ ਇੱਕ ਹੀ ਦਿਸ਼ਾ ਵਿੱਚ ਚੱਲਦੀਆਂ ਹਨ, ਜਿਸ ਕਾਰਨ ਇਹਨਾਂ ਦਾ ਨਾਮ ਜੈਟ ਸਟ੍ਰੀਮ ਹੈ। ਇਹ ਪੌਣਾ ਰੂਮ ਸਾਗਰ ਤੋਂ ਚੱਲ ਕੇ ਪੱਛਮੀ ਪੌਣਾ ਦੇ ਅਸਰ ਹੇਠ ਪੂਰਬ ਦਿਸ਼ਾ ਵਿੱਚ ਤਿੱਬਤ ਦੀ ਪਠਾਰ ਵੱਲ ਆਉਂਦੀਆਂ ਹਨ ਅਤੇ ਇਹਨਾਂ ਦੇ ਰਸਤੇ ਵਿੱਚ ਹਿਮਾਲਿਆ ਦੇ ਉੱਚੇ ਪਰਬਤੀ ਭਾਗ ਆ ਜਾਣ ਕਰਕੇ ਇਹ ਜੈਟ ਧਾਰਾਵਾਂ ਦੇ ਉੱਤਰ ਅਤੇ ਦੱਖਣੀ ਭਾਗਾਂ ਵਿੱਚ ਵੰਡੀਆਂ ਜਾਂਦੀਆਂ ਹਨ। ਬੱਚੋ, ਰੂਮ ਸਾਗਰ ਤੋਂ ਘੱਟ ਦਬਾਅ ਦੇ ਸਰੋਤਾਂ ਤੋਂ ਸਰਦੀਆਂ ਵਿੱਚ ਹਰੇਕ ਮਹੀਨੇ ਲਗਭਗ 5 ਚੱਕਰਵਾਤ ਫਾਰਸ ਦੀ ਖਾੜੀ ਤੋਂ ਉੱਠਦੇ ਹੋਏ ਈਰਾਨ, ਇਰਾਕ, ਪਾਕਿਸਤਾਨ ਰਾਹੀਂ ਭਾਰਤ ਅੰਦਰ ਦਾਖਲ ਹੁੰਦੇ ਰਹਿੰਦੇ ਹਨ। ਸਰਦੀਆਂ ਵਿੱਚ ਜਦੋਂ ਇਹ ਚੱਕਰਵਾਤ ਆਉਂਦੇ ਹਨ ਤੇ ਇਹਨਾਂ ਦੇ ਆਉਣ ਤੋਂ ਪਹਿਲਾਂ ਥੋੜਾ ਜਿਹਾ ਤਾਪਮਾਨ ਵੱਧ ਜਾਂਦਾ ਹੈ ਅਤੇ ਹਵਾਵਾਂ ਸ਼ਾਂਤ ਹੋ ਜਾਂਦੀਆਂ ਹਨ। ਪਰ ਇਹਨਾਂ ਚੱਕਰਵਾਤਾਂ ਦੇ ਗੁਜ਼ਰ ਜਾਣ ਤੋਂ ਬਾਅਦ ਫਿਰ ਪੱਛਮੀ ਅਤੇ ਉੱਤਰ ਪੱਛਮੀ ਠੰਡੀਆਂ ਪੌਣਾਂ ਵਗਣਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਨਾਲ ਇਹਨਾਂ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਠੰਡ ਵੱਧ ਜਾਂਦੀ ਹੈ। ਜੇਕਰ ਅਸੀਂ ਸਰਦੀਆਂ ਵਿੱਚ ਵਰਖਾ ਵਾਲੇ ਖੇਤਰਾਂ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ 2 ਹਿੱਸੇ ਸਰਦੀਆਂ ਵਿੱਚ ਵਰਖਾ ਪ੍ਰਾਪਤ ਕਰਦੇ ਹਨ। ਪਹਿਲਾ ਹਿੱਸਾ ਉੱਤਰ ਪੱਛਮੀ ਭਾਰਤ ਦਾ, ਜੋ ਪੱਛਮੀ ਚੱਕਰਵਾਤਾਂ ਰਾਹੀਂ ਵਰਖਾ ਪ੍ਰਾਪਤ ਕਰਦਾ ਹੈ। ਇਹ ਚੱਕਰਵਾਤ ਰੂਮ ਸਾਗਰ ਤੋਂ ਉੱਠ ਕੇ ਜੈਟ ਸਟ੍ਰੀਮ ਦੇ ਪ੍ਰਭਾਵ ਅਧੀਨ ਉੱਤਰ ਪੱਛਮ ਭਾਰਤ ਤੱਕ ਆਉਂਦੇ ਹਨ ਅਤੇ ਇਹਨਾਂ ਖੇਤਰਾਂ ਵਿੱਚ ਵਰਖਾ ਕਰਦੇ ਹਨ। ਦੂਸਰਾ ਹਿੱਸਾ ਦੱਖਣੀ ਭਾਰਤ ਦਾ ਹਿੱਸਾ ਹੈ, ਜਿੱਥੇ ਵਾਪਸ ਮੁੜਦੀਆਂ ਉੱਤਰ ਪੂਰਬੀ ਮਾਨਸੂਨ ਪੌਣਾਂ ਦੁਆਰਾ ਬੰਗਾਲ ਦੀ ਖਾੜੀ ਵਿੱਚੋਂ ਨਮੀ ਧਾਰਨ ਕਰਕੇ ਤਮਿਲਨਾਡੂ ਦੇ ਤਟਵਰਤੀ ਖੇਤਰ ਅਤੇ ਅੰਦਰੂਨੀ ਭਾਗਾਂ ਵਿੱਚ ਵਰਖਾ ਕੀਤੀ ਜਾਂਦੀ ਹੈ। ਸਰਦੀਆਂ ਵਿੱਚ ਭਾਰਤ ਦੇ ਇਹੀ 2 ਖੇਤਰ ਨੇ ਜਿਨ੍ਹਾਂ ਨੂੰ ਅਸੀਂ ਬੱਚਿਓ ਯਾਦ ਰੱਖਣਾ ਹੈ। ਪਹਿਲਾ ਉੱਤਰ ਪੱਛਮੀ ਭਾਰਤ, ਜੋ ਚੱਕਰਵਾਤਾਂ ਰਾਹੀਂ ਵਰਖਾ ਪ੍ਰਾਪਤ ਕਰਦਾ ਹੈ। ਦੂਸਰਾ ਦੱਖਣੀ ਭਾਰਤ ਦਾ ਹਿੱਸਾ, ਜੋ ਵਾਪਸ ਮੁੜਦੀਆਂ ਹੋਈਆਂ ਮਾਨਸੂਨ ਪੌਣਾਂ ਰਾਹੀਂ ਵਰਖਾ ਪ੍ਰਾਪਤ ਕਰਦਾ ਹੈ। ਸਰਦੀ ਦੀ ਰੁੱਤ ਤੋਂ ਬਾਅਦ ਅਸੀਂ ਬੱਚਿਓ ਹੁਣ ਗਰਮ ਮੌਸਮ ਦੀ ਰੁੱਤ ਦੀ ਗੱਲ ਕਰਦੇ ਹਾਂ। ਬੱਚਿਓ, ਇਹ ਮੌਸਮ ਭਾਰਤ ਵਿੱਚ ਮਾਰਚ ਤੋਂ ਆਰੰਭ ਹੋ ਕੇ ਮੱਧ ਜੂਨ ਤੱਕ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਇਸ ਸਮੇਂ ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ ਤੇ ਸਿੱਧੀਆਂ ਚਮਕ ਰਹੀਆਂ ਹੁੰਦੀਆਂ ਹਨ। ਇਹ ਕਰਕ ਰੇਖਾ ਭਾਰਤ ਦੇ ਬਿਲਕੁਲ ਵਿਚਕਾਰੋਂ ਗੁਜ਼ਰਦੀ ਹੈ। ਦੱਖਣੀ ਭਾਰਤ ਤੋਂ ਉੱਤਰੀ ਭਾਰਤ ਜਾਂਦੇ ਹੋਏ ਤਾਪਮਾਨ ਵਿੱਚ ਨਿਰੰਤਰ ਵਾਧਾ ਦੇਖਣ ਵਾਸਤੇ ਮਿਲਦਾ ਹੈ। ਬੱਚਿਓ, ਜੇਕਰ ਅਸੀਂ ਇਸ ਨਕਸ਼ੇ ਵਿੱਚ ਦੇਖਦੇ ਹਾਂ, ਮਾਰਚ ਮਹੀਨੇ ਵਿੱਚ ਕਰਨਾਟਕ ਵਿੱਚ 30 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੁੰਦਾ ਹੈ ਅਤੇ ਉੱਤਰ ਵੱਲ ਵਧਦੇ ਹੋਏ ਨਿਰੰਤਰ ਇਸ ਵਿੱਚ ਵਾਧਾ ਹੁੰਦਾ ਜਾਂਦਾ ਹੈ। ਅਪ੍ਰੈਲ ਮਹੀਨੇ ਵਿੱਚ ਮੱਧ ਪ੍ਰਦੇਸ਼ ਵਿੱਚ 38 ਡਿਗਰੀ ਸੈਂਟੀਗ੍ਰੇਡ ਹੋ ਜਾਂਦਾ ਹੈ ਅਤੇ ਮਈ ਮਹੀਨੇ ਵਿੱਚ ਰਾਜਸਥਾਨ ਦੇ ਵਿੱਚ 48 ਡਿਗਰੀ ਸੈਂਟੀਗ੍ਰੇਡ ਜਾਂ ਇਸ ਤੋਂ ਵੀ ਵੱਧ ਤੱਕ ਪਹੁੰਚ ਜਾਂਦਾ ਹੈ।
ਸੂਰਜ ਕਰਕ ਰੇਖਾ ਦੇ ਉੱਪਰ ਸਿੱਧਾ ਚਮਕਣ ਦੇ ਕਾਰਨ ਅਤੇ ਉੱਤਰੀ ਭਾਰਤ ਵਿੱਚ ਕਠੋਰ ਜਲਵਾਯੂ ਹੋਣ ਦੇ ਕਾਰਨ ਇਹਨਾਂ ਖੇਤਰਾਂ ਵਿੱਚ ਤਾਪਮਾਨ ਦਿਨ ਵੇਲੇ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਜਿਸ ਨਾਲ ਇਹਨਾਂ ਖੇਤਰਾਂ ਵਿੱਚ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ। ਇਸ ਦੇ ਉਲਟ ਪ੍ਰਾਇਦੀਪੀਏ ਭਾਰਤ ਵਿੱਚ ਸਮੁੰਦਰ ਦੇ ਪ੍ਰਭਾਵ ਦੇ ਕਾਰਨ ਤਾਪਮਾਨ ਵਿੱਚ ਅੰਤਰ ਬਹੁਤ ਜ਼ਿਆਦਾ ਦੇਖਣ ਵਿੱਚ ਨਹੀਂ ਮਿਲਦਾ ਹੈ। ਬੱਚੋ, ਅਸੀਂ ਜੇਕਰ ਇਸ ਸਮੇਂ ਦੇ ਤਾਪਮਾਨ ਦੀ ਸਥਿਤੀ ਦੀ ਗੱਲ ਕਰਦੇ ਹਾਂ ਤਾਂ ਜੁਲਾਈ ਦੇ ਵਿੱਚ ਇਹਨਾਂ ਸਮਤਾਪ ਰੇਖਾਵਾਂ ਦੁਆਰਾ ਅਸੀਂ ਭਾਰਤ ਦੇ ਤਾਪਮਾਨ ਦਾ ਅੰਦਾਜ਼ਾ ਲਗਾ ਸਕਦੇ ਹਾਂ। ਸਮੁੰਦਰ ਦੇ ਕੰਢਿਆਂ ਦੇ ਇਲਾਕਿਆਂ ਵਿੱਚ 30 ਡਿਗਰੀ ਸੈਲਸੀਅਸ ਤੱਕ ਤਾਪਮਾਨ ਦੇਖਣ ਵਿੱਚ ਆਮ ਮਿਲਦਾ ਹੈ। ਇਸ ਦੇ ਨਾਲ ਜਿਵੇਂ-ਜਿਵੇਂ ਉੱਤਰੀ ਅਰਧ ਗੋਲੇ ਵੱਲ ਭਾਵ ਉੱਤਰੀ ਭਾਰਤ ਵੱਲ ਵੱਧਦੇ ਹਾਂ ਤੇ ਤਾਪਮਾਨ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਦੇਖਣ ਵਿੱਚ ਮਿਲਦਾ ਹੈ। ਹਿਮਾਲਿਆ ਪਰਬਤੀਏ ਖੇਤਰਾਂ ਦੇ ਵਿੱਚ ਇਹ ਤਾਪਮਾਨ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਥੋੜਾ ਘੱਟ ਦੇਖਣ ਵਿੱਚ ਆਉਂਦਾ ਹੈ, ਕਿਉਂਕਿ ਜਿਵੇਂ-ਜਿਵੇਂ ਅਸੀਂ ਉਚਾਈ ਤੇ ਵੱਧਦੇ ਹਾਂ ਅਸ਼ਾਂਤ ਮੰਡਲ ਵਿੱਚ ਤਾਪਮਾਨ ਘਟਦਾ ਜਾਂਦਾ ਹੈ। ਉੱਤਰੀ ਭਾਰਤ ਇਸ ਸਮੇਂ ਬਹੁਤ ਜ਼ਿਆਦਾ ਗਰਮੀ ਦੇ ਪ੍ਰਕੋਪ ਅਧੀਨ ਹੁੰਦਾ ਹੈ। ਬੱਚੋ, ਜੇਕਰ ਅਸੀਂ ਹਵਾ ਦੇ ਦਬਾਅ ਦੀ ਗੱਲ ਕਰਦੇ ਹਾਂ ਤੇ ਉੱਤਰੀ ਭਾਰਤ ਵਿੱਚ ਤਾਪਮਾਨ ਜ਼ਿਆਦਾ ਹੋਣ ਦੇ ਕਾਰਨ ਹਵਾ ਦੇ ਘੱਟ ਦਬਾਅ ਦਾ ਖੇਤਰ ਪੈਦਾ ਹੋ ਜਾਂਦਾ ਹੈ। ਉਸ ਸਮੇਂ ਭੂਮੱਧ ਰੇਖੀ ਘੱਟ ਦਾਬ ਦੀ ਪੇਟੀ ਉੱਤਰ ਵਿੱਚ ਹਿਮਾਲਿਆ ਦੇ ਸਮਾਨ ਅੰਤਰ ਛੋਟਾ ਨਾਗਪੁਰ ਦੇ ਪਠਾਰ ਤੱਕ ਦੱਖਣ ਵਿੱਚ 25 ਡਿਗਰੀ ਉੱਤਰੀ ਅਕਸ਼ਾਂਸ਼ਾਂ ਤੱਕ ਫੈਲ ਜਾਂਦੀ ਹੈ। ਇਸ ਪੇਟੀ ਨੂੰ ਅਸੀਂ ITCZ ਇੰਟਰ ਟ੍ਰੋਪੀਕਲ ਕਨਵਰਜਨ ਜ਼ੋਨ ਵੀ ਕਹਿੰਦੇ ਹਾਂ, ਜਿਸ ਨੂੰ ਤੁਸੀਂ ਆਪਣੀ ਕਿਤਾਬ ਵਿੱਚ ਅੰਤਰ ਊਸ਼ਣ ਸੁਮੇਲ ਖੰਡ ਦੇ ਨਾਮ ਨਾਲ ਪੜ੍ਹਦੇ ਹੋ। ਬੱਚੋ, ਇਹ ਪੇਟੀ ਉੱਤਰ ਵਿੱਚ ਖਿਸਕਣ ਦੇ ਨਾਲ ਮਾਨਸੂਨ ਪੌਣਾ ਨੂੰ ਦੱਖਣ ਤੋਂ ਉੱਤਰ ਵੱਲ ਨੂੰ ਖਿੱਚਦੀ ਹੈ। ਇਸ ਚਿੱਤਰ ਰਾਹੀਂ, ਇਸ ਨਕਸ਼ੇ ਰਾਹੀਂ ਵੀ ਸਪਸ਼ਟ ਹੁੰਦਾ ਹੈ ਜੋ ਸਮਦਾਬ ਰੇਖਾਵਾਂ ਪ੍ਰਾਇਦੀਪੀਏ ਭਾਰਤ ਵਿੱਚ ਹਨ, ਉੱਥੇ ਹਵਾ ਦਾ ਦਬਾਅ ਵੱਧ ਹੈ ਅਤੇ ਜਿਵੇਂ-ਜਿਵੇਂ ਅਸੀਂ ਉੱਤਰੀ ਭਾਰਤ ਵੱਲ ਜਾਂਦੇ ਹਾਂ ਹਵਾ ਦਾ ਦਬਾਅ ਘਟਦਾ ਜਾਂਦਾ ਹੈ। ਬੱਚੋ, ਘੱਟ ਦਬਾਅ ਦੇ ਕਾਰਨ ਪੌਣਾ ਦੀ ਦਿਸ਼ਾ, ਜੇਕਰ ਅਸੀਂ ਜੁਲਾਈ ਦੇ ਮਹੀਨੇ ਵਿੱਚ ਭਾਵ ਗਰਮੀਆਂ ਵਿੱਚ ਪੌਣਾ ਦੀ ਗੱਲ ਕਰਦੇ ਹਾਂ ਤਾਂ ਇਸ ਸਮੇਂ ਦੇਸ਼ ਅੰਦਰ ਘੱਟ ਦਬਾਅ ਦੇ ਵਿਸ਼ਾਲ ਖੇਤਰ ਸਥਾਪਿਤ ਹੋਣ ਕਰਕੇ ਥਾਂ-ਥਾਂ ਤੇ ਸਥਾਨਕ ਪੌਣਾ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ। ਉੱਤਰ ਪੱਛਮੀ ਭਾਗਾਂ ਵਿੱਚ ਦਿਨ ਵਿੱਚ ਗਰਮ ਅਤੇ ਖੁਸ਼ਕ ਪੱਛਮੀ ਪੌਣਾ ਚੱਲਦੀਆਂ ਹਨ ਅਤੇ ਰਾਤ ਨੂੰ ਤਾਪਮਾਨ ਘੱਟ ਹੋਣ ਕਾਰਨ ਇਹ ਕਮਜ਼ੋਰ ਪੈ ਜਾਂਦੀਆਂ ਹਨ। ਦਿਨ ਸਮੇਂ ਤਾਪਮਾਨ ਵੱਧ ਹੋਣ ਕਾਰਨ ਕਈ ਵਾਰ ਦੁਪਹਿਰ ਤੋਂ ਬਾਅਦ ਘੱਟ ਦਾਬ ਦਾ ਖੇਤਰ ਬਣ ਜਾਣ ਤੇ ਧੂੜ ਭਰੀਆਂ ਹਨੇਰੀਆਂ ਵੀ
ਚੱਲਦੀਆਂ ਹਨ। ਕਈ ਵਾਰ ਇਹਨਾਂ ਹਨੇਰੀਆਂ ਨਾਲ ਜਾਨ ਮਾਲ ਦਾ ਵੀ ਨੁਕਸਾਨ ਹੋ ਜਾਂਦਾ ਹੈ। ਪੱਛਮੀ ਪੌਣਾ ਖੁਸ਼ਕ ਅਤੇ ਮਾਰੂਥਲੀ ਭਾਗਾਂ ਵਿੱਚੋਂ ਲੰਘ ਕੇ ਆਉਂਦੀਆਂ ਹਨ, ਜਿਸ ਕਾਰਨ ਇਹ ਬਹੁਤ ਗਰਮ ਹੋ ਜਾਂਦੀਆਂ ਹਨ। ਇਸ ਨੂੰ ਅਸੀਂ ਸਥਾਨਕ ਭਾਸ਼ਾ ਵਿੱਚ ਲੂ ਕਹਿੰਦੇ ਹਾਂ। ਲੂ ਗਰਮੀਆਂ ਵਿੱਚ ਚੱਲਣ ਵਾਲੀ ਹਵਾ ਹੈ, ਜਿਸ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਕਈ ਵਾਰ ਲੂ ਲੱਗਣ ਤੇ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਅਤੇ ਲਗਾਤਾਰ ਲੂ ਦੇ ਚੱਲਦੇ ਰਹਿਣ ਨਾਲ ਵਿਸ਼ਾਲ ਮੈਦਾਨੀ ਖੇਤਰਾਂ ਵਿੱਚ ਗਰਮੀ ਬਹੁਤ ਵੱਧ ਜਾਂਦੀ ਹੈ ਅਤੇ ਘੱਟ ਦਬਾਅ ਦਾ ਖੇਤਰ ਵਿਕਸਿਤ ਹੋ ਜਾਂਦਾ ਹੈ। ਬੱਚਿਓ, ਉੱਤਰ ਪੱਛਮੀ ਭਾਗਾਂ ਤੋਂ ਗਰਮ ਅਤੇ ਖੁਸ਼ਕ ਲੂ ਨੂੰ ਜਦੋਂ ਛੋਟਾ ਨਾਗਪੁਰ ਦੇ ਪਠਾਰ ਦੇ ਪਾਸ ਬੰਗਾਲ ਦੀ ਖਾੜੀ ਤੋਂ ਆ ਰਹੀ ਗਰਮ ਅਤੇ ਸਿੱਲੀ ਹਵਾ ਦੇ ਨਾਲ ਮੇਲ ਖਾਂਦੀਆਂ ਹਨ, ਤਾਂ ਉਸ ਸਮੇਂ ਤੂਫਾਨੀ ਚੱਕਰਵਾਤ ਜਨਮ ਲੈਂਦੇ ਹਨ, ਜਿਸ ਨੂੰ ਦੱਖਣ ਪੱਛਮ ਮਾਨਸੂਨ ਪੌਣਾ ਤਾਕਤਵਰ ਹੋਣ ਕਰਕੇ ਫਿਰ ਉੱਤਰ ਪੱਛਮ ਭਾਗਾਂ ਵਿੱਚ ਧੱਕ ਦਿੰਦੀਆਂ ਹਨ। ਇਹਨਾਂ ਤੂਫਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿੱਚ ਕਾਲ ਬੈਸਾਖੀ ਕਿਹਾ ਜਾਂਦਾ ਹੈ। ਇਸ ਸਮੇਂ ਬਾਕੀ ਦੇਸ਼ ਲਗਭਗ ਖੁਸ਼ਕ ਹੀ ਰਹਿੰਦਾ ਹੈ। ਬੱਚੋ, ਇਸ ਗਰਮੀ ਦੀ ਰੁੱਤ ਵਿੱਚ ਉੱਤਰੀ ਭਾਰਤ ਵਿੱਚ ਵਾਯੂ ਦਾਬ ਘੱਟ ਹੋ ਜਾਣ ਕਾਰਨ ਹਿੰਦ ਮਹਾਸਾਗਰ ਦੇ ਉੱਪਰ ਦੀ ਅਤੇ ਦੱਖਣੀ ਅਰਧ ਗੋਲੇ ਵਿੱਚੋਂ ਪੌਣਾ ਸਮੁੰਦਰ ਨੂੰ ਪਾਰ ਕਰਦੀਆਂ ਹੋਈਆਂ ਭਾਰਤ ਵੱਲ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ। ਬੱਚਿਓ, ਅਸੀਂ ਭਾਰਤ ਦੀ ਰੁੱਤਾਂ ਦੇ ਬਦਲਾਵ ਵਿੱਚ ਅੱਜ ਦੋ ਰੁੱਤਾਂ ਬਾਰੇ ਪੜ੍ਹਿਆ ਹੈ। ਇੱਕ ਸਰਦੀ ਦੀ ਰੁੱਤ, ਦੂਸਰੀ ਗਰਮੀ ਦੀ ਰੁੱਤ। ਆਓ ਅਸੀਂ ਇਹਨਾਂ ਦੋਨਾਂ ਰੁੱਤਾਂ ਦੇ ਬਾਰੇ ਇਹਨਾਂ ਦੀ ਦੁਹਰਾਈ ਕਰਕੇ ਕੁਝ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਾਂ। ਦੁਹਰਾਈ ਵਾਸਤੇ ਪਹਿਲਾ ਪ੍ਰਸ਼ਨ ਦੇਖੋ। ਮਾਨਸੂਨ ਪੌਣਾ ਦੀ ਦਿਸ਼ਾ ਬਦਲਣ ਕਰਕੇ ਭਾਰਤ ਦੇ ਰੁੱਤ ਚੱਕਰ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਬੱਚੋ, ਅਸੀਂ ਦੱਸਣਾ ਹੈ ਕਿ ਮਾਨਸੂਨ ਪੌਣਾ ਦੀ ਦਿਸ਼ਾ ਬਦਲਣ ਕਾਰਨ ਭਾਰਤ ਵਿੱਚ ਬਣਦੇ ਰੁੱਤ ਚੱਕਰ ਨੂੰ ਅਸੀਂ ਕਿੰਨੇ ਭਾਗਾਂ ਵਿੱਚ ਵੰਡਦੇ ਹਾਂ? 5 ਭਾਗਾਂ ਵਿੱਚ, 4 ਭਾਗਾਂ ਵਿੱਚ, 6 ਭਾਗਾਂ ਵਿੱਚ ਜਾਂ 2 ਭਾਗਾਂ ਵਿੱਚ? ਹਾਂਜੀ ਬੱਚੋ, ਅਸੀਂ ਪੜ੍ਹਿਆ ਸੀ 4 ਭਾਗਾਂ ਵਿੱਚ ਅਸੀਂ ਭਾਰਤ ਦੇ ਰੁੱਤ ਚੱਕਰ ਨੂੰ ਵੰਡਦੇ ਹਾਂ। ਤੁਹਾਨੂੰ ਬੱਚੋ ਨਾਮ ਯਾਦ ਹਨ? ਹਾਂਜੀ, ਸਰਦੀ ਦੀ ਰੁੱਤ, ਗਰਮੀ ਦੀ ਰੁੱਤ, ਮਾਨਸੂਨ ਪੌਣਾ ਦੀ ਰੁੱਤ, ਵਾਪਸ ਮੁੜਦੀਆਂ ਮਾਨਸੂਨ ਪੌਣਾ ਦੀ ਰੁੱਤ। ਬੱਚੋ, ਦੂਸਰੇ ਪ੍ਰਸ਼ਨ ਤੇ ਚੱਲਦੇ ਹਾਂ। ਸਰਦੀਆਂ ਦੇ ਮੌਸਮ ਵਿੱਚ ਉੱਤਰੀ ਭਾਰਤ ਵਿੱਚ ਵਾਯੂ ਦਾਬ ਦੀ ਸਥਿਤੀ ਕੀ ਹੁੰਦੀ ਹੈ? ਅਸੀਂ ਦੱਸਣਾ ਹੈ ਵਾਯੂ ਦਾਬ ਸਰਦੀਆਂ ਵਿੱਚ ਉੱਤਰੀ ਭਾਰਤ ਵਿੱਚ ਵੱਧ ਹੁੰਦਾ ਹੈ ਜਾਂ ਘੱਟ ਹੁੰਦਾ ਹੈ ਜਾਂ ਦਬਾਅ ਵਿੱਚ ਕੋਈ ਅੰਤਰ ਨਹੀਂ ਹੁੰਦਾ। ਹਾਂਜੀ, ਸਰਦੀਆਂ ਦੇ ਮੌਸਮ ਵਿੱਚ ਬੱਚੋ ਵਾਯੂ ਦਾਬ ਵੱਧ ਹੁੰਦਾ ਹੈ। ਉੱਤਰੀ ਭਾਰਤ ਵਿੱਚ ਤਾਪਮਾਨ ਘੱਟ ਹੋਣ ਦੇ ਕਾਰਨ ਸਰਦੀ ਵਿੱਚ ਵਾਯੂ ਦਾਬ ਵੱਧ ਹੁੰਦਾ ਹੈ। ਆਪਾਂ ਇਸ ਗੱਲ ਨੂੰ ਯਾਦ ਰੱਖਣਾ ਹੈ।
ਬੱਚੋ ਰੂਮ ਸਾਗਰ ਤੋਂ ਉੱਠ ਕੇ ਜੈਟ ਸਟ੍ਰੀਮ ਦੇ ਪ੍ਰਭਾਵ ਅਧੀਨ ਆਉਣ ਵਾਲੇ ਚੱਕਰਵਾਤਾਂ ਦਾ ਕੀ ਨਾਮ ਹੈ? ਇਹਨਾਂ ਚੱਕਰਵਾਤਾਂ ਨੂੰ ਕੀ ਅਸੀਂ ਦੱਖਣ ਪੱਛਮ ਚੱਕਰਵਾਤ ਕਹਿੰਦੇ ਹਾਂ? ਦੂਸਰਾ ਉੱਤਰ ਪੂਰਬੀ ਚੱਕਰਵਾਤ, ਤੀਸਰਾ ਪੱਛਮੀ ਚੱਕਰਵਾਤ, ਚੌਥਾ ਪੂਰਬੀ ਚੱਕਰਵਾਤ। ਹਾਂਜੀ ਬੱਚੋ, ਜੈਟ ਸਟ੍ਰੀਮ ਦੇ ਪ੍ਰਭਾਵ ਅਧੀਨ ਰੂਮ ਸਾਗਰ ਤੋਂ ਉੱਠ ਕੇ ਚੱਕਰਵਾਤ ਜੋ ਆਉਂਦੇ ਹਨ ਉਹਨਾਂ ਨੂੰ ਅਸੀਂ ਪੱਛਮੀ ਚੱਕਰਵਾਤ ਕਹਿੰਦੇ ਹਾਂ। ਬੱਚੋ ਅਗਲਾ ਪ੍ਰਸ਼ਨ, ਸਰਦੀਆਂ ਦੇ ਮੌਸਮ ਵਿੱਚ ਚੱਕਰਵਾਤਾਂ ਰਾਹੀਂ ਭਾਰਤ ਦੇ ਕਿਹੜੇ ਹਿੱਸੇ ਵਿੱਚ ਵਰਖਾ ਹੁੰਦੀ ਹੈ? ਬੱਚੋ ਪਹਿਲਾ ਦੱਖਣੀ ਭਾਗ ਵਿੱਚ, ਦੂਸਰਾ ਉੱਤਰੀ ਭਾਗ ਵਿੱਚ, ਤੀਸਰਾ ਉੱਤਰ ਪੂਰਬੀ ਭਾਗ ਵਿੱਚ, ਚੌਥਾ ਉੱਤਰ ਪੱਛਮੀ ਭਾਗ ਵਿੱਚ। ਹਾਂਜੀ ਬੱਚੋ, ਸਰਦੀ ਦੇ ਮੌਸਮ ਵਿੱਚ ਚੱਕਰਵਾਤਾਂ ਰਾਹੀਂ ਭਾਰਤ ਦੇ ਉੱਤਰ ਪੱਛਮੀ ਭਾਗ ਵਿੱਚ ਵਰਖਾ ਹੁੰਦੀ ਹੈ। ਹਾਂਜੀ, ਧਰਾਤਲ ਤੋਂ 3 ਕਿਲੋਮੀਟਰ ਉਚਾਈ ਤੇ ਵਾਯੂਮੰਡਲ ਵਿੱਚ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਕੀ ਕਿਹਾ ਜਾਂਦਾ ਹੈ? ਪੱਛਮੀ ਪੌਣਾ, ਵਪਾਰਕ ਪੌਣ, ਜੈਟ ਸਟ੍ਰੀਮ ਜਾਂ ਧਰੁਵੀ ਪੌਣ। ਧਰਾਤਲ ਤੋਂ 3 ਕਿਲੋਮੀਟਰ ਉੱਪਰ ਤੇਜ਼ ਗਤੀ ਨਾਲ ਚੱਲਣ ਵਾਲੀ ਪੌਣ ਨੂੰ ਅਸੀਂ ਜੈਟ ਸਟ੍ਰੀਮ ਕਹਿੰਦੇ ਹਾਂ। ਬੱਚਿਓ ਪੂਰਬ ਮਾਨਸੂਨੀ ਵਰਖਾ ਨੂੰ ਦੱਖਣੀ ਭਾਰਤ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਪੂਰਬ ਮਾਨਸੂਨੀ ਵਰਖਾ ਤੋਂ ਭਾਵ ਮਾਨਸੂਨ ਪੌਣਾ ਦੇ ਆਉਣ ਤੋਂ ਪਹਿਲਾਂ ਹੋਣ ਵਾਲੀ ਵਰਖਾ ਤੋਂ ਹੈ। ਅਸੀਂ ਦੱਖਣੀ ਭਾਰਤ ਵਿੱਚ ਇਸ ਪੂਰਬ ਮਾਨਸੂਨੀ ਵਰਖਾ ਦੇ ਨਾਮ ਬਾਰੇ ਦੱਸਣਾ ਹੈ। ਪਹਿਲਾ ਨਾਮ ਅੰਬਾਂ ਦੀ ਵਾਛੜ, ਦੂਸਰਾ ਕਾਲ ਬੈਸਾਖੀ, ਤੀਸਰਾ ਲੂ, ਚੌਥਾ ਚੱਕਰਵਾਤ। ਹਾਂਜੀ ਬੱਚੋ, ਇਸ ਵਰਖਾ ਨੂੰ ਅਸੀਂ ਦੱਖਣੀ ਭਾਰਤ ਵਿੱਚ ਅੰਬਾਂ ਦੀ ਵਾਛੜ ਦੇ ਨਾਮ ਨਾਲ ਜਾਣਦੇ ਹਾਂ। ਬੱਚੋ ਇਸ ਤਰੀਕੇ ਨਾਲ ਅਸੀਂ ਅੱਜ ਦੋ ਰੁੱਤਾਂ ਸਰਦੀ ਦੀ ਰੁੱਤ ਅਤੇ ਗਰਮੀ ਦੀ ਰੁੱਤ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਆਪਣੇ ਕੋਲ ਥੋੜਾ ਸਮਾਂ ਹੋਣ ਦੇ ਕਾਰਨ ਆਪਣੀ ਦੋ ਰਹਿੰਦੀਆਂ ਰੁੱਤ ਆਪਾਂ ਅਗਲੇ ਭਾਗ ਵਿੱਚ ਪੂਰੀਆਂ ਕਰਾਂਗੇ। ਹਾਂਜੀ ਬੱਚੋ, ਧੰਨਵਾਦ। ਫਿਰ ਮਿਲਦੇ ਹਾਂ।